ਹਸਤ ਖੇਲਤ ਤੇਰੇ ਦਿਉਰੇ ਆਇਆ। ਅਗਲਾ ਪ੍ਰਸੰਗ। ਮਨੁੱਖ ਦੇ ਜੀਵਨ ਦੀ ਘਾੜ ਤੇ ਘੜਨ ਵਿੱਚ ਧਰਮ ਦਾ, ਸਮਾਜ ਦਾ ਅਤੇ ਰਾਜਨੀਤੀ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੋਇਆ ਕਰਦਾ ਹੈ। ਪਰ ਸਭ ਤੋਂ ਜ਼ਿਆਦਾ ਹਿੱਸੇਦਾਰੀ ਮਾਤਾ ਪਿਤਾ ਜਾਂ ਸਮੁੱਚੇ ਪਰਿਵਾਰ ਦੀ ਹੁੰਦੀ ਹੈ। ਪਰ ਸਵਾਲ ਫਿਰ ਉਹੀ ਖੜਾ ਹੁੰਦਾ ਹੈ ਕਿ ਮਾਤਾ ਪਿਤਾ ਨੇ ਵਿੱਦਿਆ ਕਿੱਥੋਂ ਲਈ, ਕਿਹੋ ਜਿਹੀ ਵਿੱਦਿਆ ਲਈ। ਜੋ ਕੁਝ ਮਾਤਾ ਪਿਤਾ ਨੇ ਸਿੱਖਿਆ ਸਮਝਿਆ ਹੈ ਬੱਚਿਆਂ ਨੂੰ ਉਹੀ ਕੁਝ ਸਿਖਾ ਸਕਣਗੇ, ਉਦੋਂ ਵੱਧ ਤਾਂ ਨਹੀਂ ਸਿਖਾ ਸਕਣਗੇ। ਜਿਵੇਂ ਸਕੂਲ ਵਿੱਚ ਮਾਸਟਰ ਬੱਚਿਆਂ ਨੂੰ ਉੱਚੀ ਸਿੱਖਿਆ ਦੇ ਸਕੇਗਾ ਜੋ ਉਸਨੇ ਖੁਦ ਪ੍ਰਾਪਤ ਕੀਤੀ ਹੋਈ ਹੈ ਉਹੀ ਪੜ੍ਹਾਵੇਗਾ ਨਾ, ਉਦੋਂ ਜ਼ਿਆਦਾ ਤਾਂ ਨਹੀਂ ਪੜ੍ਹਾ ਸਕੇਗਾ। ਇਸ ਇਸ ਗੱਲ ਦਾ ਸਿੱਧਾ ਸਪਾਟ ਜਵਾਬ ਤਾਂ ਮੇਰੇ ਕੋਲ ਨਹੀਂ ਹੈ ਕਿ ਇਸ ਤਰ੍ਹਾਂ ਕਿਵੇਂ ਵਾਪਰ ਗਿਆ, ਪਰ ਇੱਕ ਵਾਰੀ ਜ਼ਿੰਦਗੀ ਵਿੱਚ ਮੋੜ ਆ ਗਿਆ ਤੇ ਫਿਰ ਮੈਂ ਅੱਗੇ ਤੋਂ ਅੱਗੇ ਉਸੇ ਤਰ੍ਹਾਂ ਨਵੇਂ ਰਾਹ 'ਤੇ ਚੱਲਦਾ ਗਿਆ। ਮੇਰੀ ਮੁਰਾਦ ਹੈ ਕਿ ਮੈਂ ਸਟੇਜ ਦਾ ਕਥਾਵਾਚਕ ਕਿਵੇਂ ਬਣ ਗਿਆ, ਜਦੋਂ ਕਿ ਸਾਡੇ ਘਰ ਦਾ ਜਾਂ ਰਿਸ਼ਤੇਦਾਰੀ ਵਿੱਚੋਂ ਕੋਈ ਵੀ ਵਿਅਕਤੀ ਇਸ ਖੇਤਰ ਵਿੱਚ ਸਰਗਰਮ ਨਹੀਂ ਸੀ। ਫਿਰ ਮੈਂ ਲਿਖਾਰੀ ਕਿਵੇਂ ਬਣ ਗਿਆ, ਜਦੋਂ ਕਿ ਸਾਡੇ ਸਾਰੇ ਪਰਿਵਾਰ ਵਿੱਚੋਂ ਕੋਈ ਲਿਖਾਰੀ ਵੀ ਨਹੀਂ ਸੀ। ਸਾਡੀ ਬੇਬੇ ਜੀ ਪੰਜਾਬੀ ਪੜ੍ਹ ਸਕਦੀ ਸੀ, ਪਾਠ ਕਰ ਲੈਂਦੀ ਸੀ। ਬਾਪੂ ਜੀ ਤਾਂ ਸਿਰਫ ਦਸਤਖਤ ਕਰ ਸਕਦੇ ਸਨ, ਇਸ ਤੋਂ ਵੱਧ ਕੁਝ ਨਹੀਂ ਪੜ੍ਹ ਸਕਦੇ ਸਨ, ਨਾ ਲਿਖ ਸਕਦੇ ਸਨ। ਮੈਂ ਸਕੂਲ ਵਿੱਚ ਦਾਖਲ ਨਹੀਂ ਹੋ ਸਕਿਆ ਤੇ ਦਾਖਲ ਨਾ ਹੋਣ ਦੇ ਬਾਵਜੂਦ ਪੰਜਾਬੀ ਸਿੱਖ ਗਿਆ, ਹਿੰਦੀ ਸਿੱਖ ਗਿਆ, ਇੰਗਲਿਸ਼ ਸਿੱਖ ਗਿਆ। ਬਚਪਨ ਵਿੱਚ ਹੀ ਬੋਲੀਆਂ ਵਾਲੇ ਸਾਰੇ ਕਈ ਕਿੱਸੇ ਮੈਂ ਜ਼ੁਬਾਨੀ ਯਾਦ ਕਰ ਲਏ। ਉਹਨਾਂ ਸਮਿਆਂ 'ਚ ਬੋਲੀਆਂ ਪਾਉਣ ਵਾਲੇ ਕਿੱਸੇ ਮੇਲਿਆਂ 'ਚ ਮਿਲ ਜਾਇਆ ਕਰਦੇ ਸਨ ਤੇ ਉਹਨਾਂ ਨੂੰ ਲੋਕੀ ਬੜੇ ਧਿਆਨ ਨਾਲ ਸੁਣਦੇ ਅਤੇ ਪੜ੍ਹਦੇ ਸਨ। ਛੋਟੀ ਉਮਰ ਵਿੱਚ ਹੀ ਵੱਡਿਆਂ ਦੀ ਸਿਫਾਰਿਸ਼ ਕਰਨ ਤੇ ਹੇਕਾਂ ਲਾ ਕੇ, ਤਰਜ਼ਾਂ ਕੱਢ ਕੇ ਮੈਂ ਉਹਨਾਂ ਕਿੱਸਿਆਂ ਨੂੰ, ਬੋਲੀਆਂ ਨੂੰ ਘੰਟਿਆਂ ਬੱਧੀ ਸੁਣਾਉਂਦਾ ਰਹਿੰਦਾ। ਕਦੀ ਕਦੀ ਖੁਸ਼ ਹੋ ਕੇ ਕੋਈ ਚਾਚਾ ਤਾਇਆ ਕੁਝ ਮੈਨੂੰ ਖਾਣ ਲਈ ਦੇ ਦਿੰਦਾ, ਜਾਂ ਫਿਰ 2 ਆਨੇ 4 ਆਨੇ ਜਾਂ 8 ਆਨੇ ਮੈਨੂੰ ਇਨਾਮ ਦੇ ਤੌਰ 'ਤੇ ਦੇ ਦਿੱਤੇ ਜਾਂਦੇ। ਲੱਗਦਾ ਇਸ ਕਾਰਨ ਬੋਲਣ ਤੇ ਪੜ੍ਹਨ ਵੱਲ ਮੇਰਾ ਉਤਸ਼ਾਹ ਵੱਧਦਾ ਗਿਆ। ਪਰ ਰਵਾਇਤੀ ਕਥਾਕਾਰਾਂ ਨਾਲੋਂ ਵੱਖਰੀ ਕਿਸਮ ਦਾ ਬਾਗੀ ਜਿਹਾ ਕਥਾਕਾਰ ਮੈਂ ਬਣਦਾ ਚਲਾ ਗਿਆ। ਡਿੱਗਦਿਆਂ ਢਹਿੰਦਿਆਂ ਠੋਕਰਾਂ ਖਾਂਦਿਆਂ ਟੁਰਦਾ ਗਿਆ, ਥੋੜ੍ਹਾ ਥੋੜ੍ਹਾ ਅੱਗੇ ਵੱਧਦਾ ਗਿਆ। ਸਮਾਂ ਬੀਤਦਿਆਂ ਬਹੁਤ ਸਾਰੇ ਪਾਠਕਾਂ, ਸਰੋਤਿਆਂ ਅਤੇ ਸੰਗਤਾਂ ਸੇਵਕਾਂ ਨੂੰ ਪ੍ਰਵਾਨ ਕਰਨਾ ਸ਼ੁਰੂ ਕਰ ਦਿੱਤਾ। ਜੀਵਨ ਸਾਥਣ ਨੇ ਮੇਰਾ ਜੀ ਜਾਨ ਨਾਲ ਸਾਰੀ ਉਮਰ ਸਾਥ ਨਿਭਾਇਆ। ਮੈਂ ਬੱਚਿਆਂ ਨੂੰ ਸਟੇਜ 'ਤੇ ਬੋਲਣ ਵਾਸਤੇ ਕੁਝ ਯਾਦ ਕਰਵਾਇਆ ਤਾਂ ਸਰਦਾਰਨੀ ਨੇ ਉਹਨਾਂ ਦੀ ਬਾਰ-ਬਾਰ ਤਿਆਰੀ ਕਰਵਾਈ। ਲੰਮੇ ਸਫ਼ਰ ਕਰਕੇ ਸਿੱਖਾਂ ਦੇ ਭਰਵੇਂ ਇਕੱਠਾਂ ਵਿੱਚ ਉਹਨਾਂ ਨੂੰ ਸਟੇਜ 'ਤੇ ਬੋਲਣ ਦਾ ਸਮਾਂ ਦਿਵਾਉਂਦੀ ਰਹੀ। ਇਉਂ ਦੋਵੇਂ ਬੱਚੇ, ਬੇਟੀ ਨਵਦੀਪ ਕੌਰ ਅਤੇ ਬੇਟਾ ਕਮਰਦੀਪ ਸਿੰਘ, ਸਟੇਜ 'ਤੇ ਬਹੁਤ ਵਧੀਆ ਬੋਲਣ ਲੱਗ ਪਏ। ਜਿੱਥੇ ਮੈਂ ਕਾਲਜਾਂ ਵਿੱਚ ਧਰਮ ਵਿੱਦਿਆ ਪੜ੍ਹਾਈ, ਉੱਥੇ ਘਰ ਵਿੱਚ ਵੀ ਇਹੀ ਵਿਚਾਰ ਚਰਚਾ ਚੱਲਦੀ ਰਹਿੰਦੀ। ਅੱਗੋਂ ਇਸੇ ਮਾਹੌਲ ਵਿੱਚ ਪਲੇ ਬੱਚੇ ਧਰਮ ਪ੍ਰਚਾਰਕ ਬਣਦੇ ਗਏ, ਬਹੁਤ ਸਾਰੇ ਬੱਚਿਆਂ ਨਾਲੋਂ ਸਿਆਣੇ ਵੀ ਹੁੰਦੇ ਗਏ ਤੇ ਸਟੇਜਾਂ ਦੇ ਬੁਲਾਰੇ ਵੀ ਬਣਦੇ ਗਏ। ਮੇਰੀਆਂ ਦੋਹਤੀਆਂ ਦਿਵਜੀਤ ਕੌਰ ਤੇ ਗੁਰਨੂਰ ਕੌਰ ਇੰਗਲੈਂਡ ਵਿੱਚ ਰਹਿੰਦੀਆਂ ਹਨ। ਘਰ ਦੇ ਮਾਹੌਲ ਕਾਰਨ ਬੇਟੀ ਨਵਦੀਪ ਕੌਰ ਦੀ ਮਿਹਨਤ ਸਦਕਾ ਦੋਵੇਂ ਟੀਵੀ 'ਤੇ ਧਾਰਮਿਕ ਪ੍ਰੋਗਰਾਮ ਪੇਸ਼ ਕਰਨ ਵਿੱਚ ਅੱਛੀ ਮੁਹਾਰਤ ਹਾਸਲ ਕਰ ਚੁੱਕੀਆਂ ਹਨ। ਟੀਵੀ 'ਤੇ ਗੁਰਦੁਆਰਿਆਂ ਦੇ ਭਰਵੇਂ ਇਕੱਠਾਂ ਵਿੱਚ ਕੀਰਤਨ ਅਤੇ ਕਥਾ ਰਾਹੀਂ ਗੁਰੂ ਘਰ ਦੀ ਸੇਵਾ ਕਰ ਲੈਂਦੀਆਂ ਨੇ। ਸਕੂਲ ਵੱਲੋਂ ਇੱਕ ਵਾਰੀ ਬੱਚਿਆਂ ਦੇ ਮਾਤਾ ਪਿਤਾ ਅਤੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਸਿੱਖਿਆਦਾਇਕ ਪ੍ਰੋਗਰਾਮ ਕੀਤਾ ਗਿਆ। ਜੋ ਬੱਚੇ ਬੋਲ ਕੇ ਆਪਣੇ ਵਿਚਾਰ ਰੱਖ ਸਕਦੇ ਸਨ, ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ। ਵੱਡੀ ਦੋਹਤੀ, ਜੋ ਇਸ ਸਮੇਂ 13 ਸਾਲ ਦੀ ਸੀ, ਇਹ ਅੱਜ ਤੋਂ 6 ਸਾਲ ਪਹਿਲਾਂ ਦੀ ਗੱਲ ਹੈ, ਉਦੋਂ ਉਹ 13 ਸਾਲ ਦੀ ਸੀ, ਨੇ ਵਾਰੀ ਮਿਲਣ 'ਤੇ ਸਟੇਜ 'ਤੇ ਬੜੀ ਬੇਬਾਕੀ ਨਾਲ ਆਪਣੇ ਵਿਚਾਰ ਕੁਝ ਇਉਂ ਸਾਂਝੇ ਕੀਤੇ। ਸਤਿਕਾਰਯੋਗ ਪਿਤਾ ਮਾਤਾ ਅਤੇ ਭੈਣੋ ਭਰਾਵੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜੋ ਸਟੇਜ 'ਤੇ ਬੋਲਣ ਯੋਗ ਹੋਈ ਹਾਂ, ਇਸ ਪਿੱਛੇ ਮੇਰੀ ਸਤਿਕਾਰਯੋਗ ਮਾਂ ਦੀ ਵੱਡੀ ਮਿਹਨਤ ਹੈ। ਮੇਰੀ ਮਾਂ ਨੂੰ ਅਜਿਹੀ ਬਣਾਉਣ ਵਿੱਚ
ਮੇਰੇ ਨਾਨਾ ਜੀ ਅਤੇ ਮੇਰੀ ਨਾਨੀ ਜੀ ਦੀ ਲੰਮੀ ਘਾਲਣਾ ਹੈ। ਤੁਹਾਡੇ ਵਿੱਚੋਂ ਸ਼ਾਇਦ ਕਈਆਂ ਨੂੰ ਪਤਾ ਹੋਵੇਗਾ ਕਿ ਮੇਰੇ ਨਾਨਾ ਜੀ ਪ੍ਰੋਫੈਸਰ ਇੰਦਰ ਸਿੰਘ ਘੱਗਾ ਬਹੁਤ ਸਾਰੀਆਂ ਕਿਤਾਬਾਂ ਲਿਖ ਚੁੱਕੇ ਹਨ। ਗੁਰਮਤ ਗਿਆਨ ਬਾਰੇ ਸਾਰੀਆਂ ਕਿਤਾਬਾਂ ਇੱਕ ਤੋਂ ਇੱਕ ਵਧੀਆ ਹਨ। ਮੇਰੀ ਪਹਿਲੀ ਪਸੰਦ ਇਹ ਹੋਵੇਗੀ ਕਿ ਮੈਂ ਵੱਡੀ ਹੋ ਕੇ ਨਾਨਾ ਜੀ ਦੀਆਂ ਲਿਖੀਆਂ ਕਿਤਾਬਾਂ ਨੂੰ ਇੰਗਲਿਸ਼ ਵਿੱਚ ਅਨੁਵਾਦ ਕਰਾਂ। ਜੋ ਵਿਗਿਆਨਕ ਢੰਗ ਨਾਲ ਗੁਰਬਾਣੀ ਦੇ ਉਪਦੇਸ਼ ਨੂੰ ਉਹਨਾਂ ਨੇ ਪੰਜਾਬੀ ਵਿੱਚ ਲਿਖਿਆ ਹੈ, ਉਸ ਨੂੰ ਇੰਗਲਿਸ਼ ਰਾਹੀਂ ਦੁਨੀਆ ਦੇ ਕੋਨੇ-ਕੋਨੇ ਵਿੱਚ ਮੈਂ ਪਹੁੰਚਾਉਣਾ ਚਾਹੁੰਦੀ ਹਾਂ। ਧਰਮ ਬਾਰੇ ਜਿੰਨਾ ਅਸੀਂ ਜਾਣ ਸਕੇ ਹਾਂ, ਨਾਨਾ ਜੀ ਰਾਹੀਂ ਜਾਣ ਸਕੇ ਹਾਂ। ਵਰਨਾ ਗੁਰਦੁਆਰਿਆਂ ਵਿੱਚੋਂ ਸਾਨੂੰ ਗੁਰਮਤ ਬਾਰੇ ਕੁਝ ਪਤਾ ਨਹੀਂ ਲੱਗਦਾ। ਉੱਥੋਂ ਦੇ ਲੈਕਚਰਾਂ ਦੀ, ਕਥਾ ਦੀ ਕੋਈ ਸਮਝ ਨਹੀਂ ਆਉਂਦੀ। ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਪੰਜਾਬੀ ਪੜ੍ਹ ਸਕਣ ਵਾਲੇ ਸਾਰੇ ਸਰੋਤੇ ਨਾਨਾ ਜੀ ਦੀਆਂ ਕਿਤਾਬਾਂ ਜ਼ਰੂਰ ਪੜ੍ਹਿਆ ਕਰਨ। ਉਮਰ ਪੱਖੋਂ ਬਹੁਤ ਛੋਟੀ ਲੜਕੀ ਤੋਂ ਅਜਿਹੇ ਨਵੇਕਲੇ ਵਿਚਾਰ ਸੁਣ ਕੇ ਸਾਰੇ ਸਰੋਤੇ ਬਹੁਤ ਪ੍ਰਭਾਵਿਤ ਹੋਏ। ਦਿਵਜੀਤ ਕੌਰ ਦੀ ਖੁੱਲ੍ਹੇਆਮ ਸਾਰਿਆਂ ਨੇ ਸਟੇਜ ਦੇ ਉੱਤੇ ਜਾ ਜਾ ਕੇ ਪ੍ਰਸ਼ੰਸਾ ਕੀਤੀ। ਇੱਕ ਘਟਨਾ ਹੋਰ ਹੈ, ਮੇਰੀ ਪੋਤੀ ਹਰਨੂਰ ਕੌਰ ਨਾਲ ਸੰਬੰਧਿਤ। ਪੋਤਾ ਗੁਰਬਾਜ ਸਿੰਘ ਹਾਲੇ ਛੋਟਾ ਹੈ, ਕੇਵਲ 7 ਸਾਲ। ਜਦੋਂ ਇਹ ਕਿਤਾਬ ਲਿਖੀ ਗਈ ਹੈ ਉਦੋਂ ਉਹ 7 ਸਾਲ ਦਾ ਸੀ। ਇਹ ਤਬਲਾ ਸਿੱਖ ਰਿਹਾ ਹੈ। ਪੋਤੀ ਸਟੇਜ 'ਤੇ ਕੀਰਤਨ ਕਰ ਲੈਂਦੀ ਹੈ, ਕਵਿਤਾਵਾਂ ਪੜ੍ਹ ਲੈਂਦੀ ਹੈ, ਹਾਜ਼ਰ ਜਵਾਬ ਹੈ, ਸਿਆਣੀ ਹੈ, ਦਲੇਰ ਹੈ। ਹਰਨੂਰ ਕੌਰ ਨੂੰ ਇੱਕ ਖਾਲੀ ਡੱਬੇ ਦੀ ਲੋੜ ਪੈ ਗਈ। ਉਸਨੇ ਮੈਥੋਂ ਡੱਬਾ ਮੰਗਵਾਇਆ, ਖੋਲ੍ਹ ਕੇ ਵੇਖਿਆ, ਸੁੰਘਿਆ ਤਾਂ ਉਸ ਵਿੱਚੋਂ ਬਦਬੋ ਆ ਰਹੀ ਸੀ। ਮੈਨੂੰ ਕਹਿਣ ਲੱਗੀ ਕਿ ਇਹ ਵਰਤਣਯੋਗ ਨਹੀਂ ਹੈ, ਬੋ ਮਾਰਦੀ ਹੈ। ਬੋ ਹੈ ਸੀ ਥੋੜ੍ਹੀ ਜਿਹੀ। ਮੈਂ ਡੱਬਾ ਧੋ ਕੇ ਉਸ ਨੂੰ ਫੜਾਇਆ, ਕਿਹਾ ਕਿ ਹੁਣ ਤਾਂ ਠੀਕ ਹੈ ਨਾ? ਪਰ ਉਸਨੇ ਸੁੰਘ ਕੇ ਫਿਰ ਕਿਹਾ ਕਿ ਸਮੈਲ ਆਉਂਦੀ ਹੈ। ਮੈਂ ਸੁੰਘ ਕੇ ਵੇਖਿਆ ਤਾਂ ਮੈਨੂੰ ਸਮੈਲ ਨਹੀਂ ਆਈ। ਮੈਂ ਉਸ ਨੂੰ ਇਹੀ ਗੱਲ ਕਹੀ ਕਿ ਡੱਬਾ ਤਾਂ ਠੀਕ ਹੈ, ਮੈਨੂੰ ਤਾਂ ਇਹਦੇ ਵਿੱਚੋਂ ਕੋਈ ਬੋ ਨਹੀਂ ਆਉਂਦੀ। ਆਖਣ ਲੱਗੀ, ਤੁਸੀਂ ਪਿੰਡ ਵਿੱਚ ਪਲੇ ਹੋ। ਉਹਨਾਂ ਸਮਿਆਂ ਵਿੱਚ ਪਿੰਡਾਂ ਵਿੱਚ ਸਫਾਈ ਦਾ ਕੋਈ ਪ੍ਰਬੰਧ ਨਹੀਂ ਸੀ। ਉਹੋ ਜਿਹੇ ਵਾਤਾਵਰਣ ਵਿੱਚ ਰਹਿ ਕੇ ਤੁਹਾਡਾ ਨੱਕ ਸੰਵੇਦਨਸ਼ੀਲ ਨਹੀਂ ਰਿਹਾ। ਨੱਕ ਦੇ ਪੁਰਜੇ ਤੁਹਾਡੇ ਖਰਾਬ ਹੋ ਗਏ ਹਨ। ਮੈਂ ਸ਼ਹਿਰ ਵਿੱਚ ਵਧੀਆ ਵਾਤਾਵਰਣ ਵਿੱਚ ਪੈਦਾ ਹੋਈ ਹਾਂ, ਇਸ ਲਈ ਮੇਰਾ ਨੱਕ ਠੀਕ ਕੰਮ ਕਰਦਾ ਹੈ। ਮੈਂ ਕਿਹਾ, ਬੇਟਾ 2-4 ਮਹੀਨਿਆਂ ਵਾਸਤੇ ਅਸੀਂ ਤੈਨੂੰ ਪਿੰਡ ਛੱਡ ਕੇ ਆਵਾਂਗੇ ਤਾਂ ਕਿ ਤੇਰਾ ਨੱਕ ਵੀ ਸਾਡੇ ਵਰਗਾ ਹੋ ਜਾਵੇ। ਇੰਨਾ ਪੱਕਾ ਨੱਕ, ਜਮਾ ਸਟੀਲ ਵਰਗਾ। ਤੇ ਪੋਤੀ ਆਖਣ ਲੱਗੀ, ਪਿੰਡ ਵਿੱਚ ਬੇਸ਼ੱਕ ਭੇਜ ਦਿਓ, ਫਿਰ ਮੈਨੂੰ ਅਫਸਰ ਜਾਂ ਡਾਕਟਰ ਬਣਨ ਦੇ ਸੁਪਨੇ ਵਿਖਾਉਣੇ ਬੰਦ ਕਰ ਦਿਓ। ਪਿੰਡ ਵਿੱਚ ਵੀ ਭੇਜਣ ਦੀ ਲੋੜ ਨਹੀਂ, ਇੱਥੇ ਹੀ ਕੁਝ ਘਰਾਂ ਵਿੱਚ ਸਫਾਈ ਕਰਨ, ਝਾੜੂ ਪੋਚਾ ਲਾਉਣ ਲਾ ਦਿਓ। ਪੜ੍ਹਾਈ ਦੇ ਪੈਸੇ ਬਚ ਜਾਣਗੇ, ਤੁਹਾਨੂੰ ਮੇਰੀ ਮਜ਼ਦੂਰੀ ਦੇ ਕੁਝ ਪੈਸੇ ਮਿਲ ਜਾਇਆ ਕਰਨਗੇ, ਨਾਲੇ ਮੈਨੂੰ ਸਮੈਲ ਆਉਣੋਂ ਹਟ ਜਾਵੇਗੀ, ਮੇਰਾ ਨੱਕ ਪੱਕਾ ਮਜ਼ਬੂਤ ਹੋ ਜਾਵੇਗਾ। ਠੀਕ ਹੈ ਨਾ? ਕੀ ਵਿਚਾਰ ਹੈ ਤੁਹਾਡਾ? ਮੈਂ ਉਸ ਦੀ ਹਾਜ਼ਰ ਜਵਾਬੀ ਅਤੇ ਸਿਆਣਪ ਦੀ ਖੂਬ ਪ੍ਰਸ਼ੰਸਾ ਕੀਤੀ, ਪਿਆਰ ਨਾਲ ਸਮਝਾਇਆ ਕਿ ਕੰਮ ਕੋਈ ਬੁਰਾ ਨਹੀਂ ਹੈ ਬੇਟਾ, ਫਿਰ ਵੀ ਸਫਾਈ ਦਾ ਆਪਣਾ ਬਹੁਤ ਮਹੱਤਵ ਹੈ। ਜੋ ਸਫਾਈ ਕਰਦੇ ਹਨ ਉਹ ਵੀ ਇਨਸਾਨ ਹਨ। ਆਉਣ ਵਾਲੇ ਸਮੇਂ ਵਿੱਚ ਸਫਾਈ ਦੇ ਬਹੁਤੇ ਕੰਮ ਮਸ਼ੀਨਾਂ ਹੀ ਕਰਿਆ ਕਰਨਗੀਆਂ। ਵਿਕਸਿਤ ਦੇਸ਼ਾਂ ਵਿੱਚ ਇਉਂ ਹੋ ਗਿਆ ਹੈ। ਅੱਗੋਂ ਤੇਰੇ ਨਾਲ ਪੱਕਾ ਵਾਅਦਾ, ਤੈਨੂੰ ਪਿੰਡ ਨਹੀਂ ਭੇਜਾਂਗੇ, ਪੜ੍ਹਨ ਦੇ ਵੱਧ ਤੋਂ ਵੱਧ ਮੌਕੇ ਦਿਆਂਗੇ, ਅੱਗੇ ਤੇਰੀ ਮਿਹਨਤ ਦੱਸੇਗੀ ਕਿ ਤੂੰ ਕੀ ਬਣ ਸਕਦੀ ਹੈ। ਅਤੇ ਇਸ ਤਰ੍ਹਾਂ ਇਹ ਬੱਚੇ ਬਹੁਤੀਆਂ ਵਧੀਆ ਚੰਗੇ ਨੰਬਰ ਲੈ ਕੇ ਪੜ੍ਹਾਈਆਂ ਕਰਕੇ ਕੈਨੇਡਾ ਦੇ ਵਿੱਚ ਪਹੁੰਚ ਚੁੱਕੇ ਹੋਏ ਨੇ। ਆਸ ਕਰਦੇ ਹਾਂ ਕਿ ਹੋਰ ਤਰੱਕੀਆਂ ਕਰਨਗੇ। ਆਖੋ ਸਤਿਨਾਮ।